युद्ध हुंदा ना ਉਹਦੇ 'ਚ ਤੇ ਪਹਿਲਾਂ ਤੁਸੀਂ ਜ਼ਿਆਦਾ ਮਜ਼ਬੂਤੀ ਹੁੰਦੀ ਹੈ, ਤੁਸੀਂ ਜਿਹੜਾ ਤੁਹਾਡਾ ਕਿਲਾ ਹੈ ਉਹਨੂੰ ਮਜ਼ਬੂਤ ਕਰੋ ਪਹਿਲਾਂ। ਦੂਸਰਾ ਕੰਮ ਹੁੰਦਾ ਤੁਹਾਡਾ ਜਿਹੜਾ ਜਥੇਦਾਰ ਹੈ ਉਹਦੇ ਕੋਲ ਪਿੱਛੋਂ ਦੀ ਵਾਰ ਨਾ ਕਰਨਾ ਆਉਣ ਪਵੇ, ਉਹਦੇ ਲਾਗੇ ਦੋ ਜਾਣੇ ਜਿੱਦਾਂ ਤੁਹਾਡੇ ਜਿੰਨੇ ਖਿਡਾਰੀ ਆ ਉਸ ਹਿਸਾਬ ਨਾਲ ਹੋਣ, ਇੱਕ ਦੋ, ਉਹ ਸਿਰਫ ਆਪਣੇ ਉਹਨੂੰ ਉਹਦੀ ਰੱਖਿਆ ਕਰੇ ਵੀ ਇਹਦੇ ਲਾਗੇ ਤਾਂ ਨਹੀਂ ਕੋਈ ਆਉਂਦਾ। ਜੇ ਉਹਦੇ ਪਿੱਛੋਂ ਦੀ ਆਉਂਦਾ ਕੋਈ ਵਾਰ ਮਾਰਦਾ ਕਰਦਾ ਉਹ ਉਹਦੇ ਨਾਲ ਲੱਗੇ। ਤੇ ਹੁਣ ਜੇ ਕੋਈ ਪਿੱਛੋਂ ਦੀ ਆ ਕੇ ਵਾਰ ਕਰਦਾ ਤੇ ਉਹਨੂੰ ਆਪ ਜਥੇਦਾਰ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਮੈਂ ਕਦਮ ਅੱਗੇ ਰੱਖਾਂਗਾ ਤੇ ਫਿਰ ਕੀ ਹੋਏਗਾ। ਕਦਮ ਅੱਗੇ ਕਰਨ 'ਚ ਫਾਇਦਾ ਹੈ ਕਿ ਪਿੱਛੇ ਕਰਨ 'ਚ ਫਾਇਦਾ ਹੈ। ਤੇ ਜਦੋਂ ਤੁਸੀਂ ਲੜਦਿਆਂ ਤੁਹਾਡੇ ਪਿੱਛੋਂ ਦੀ ਸੋਟੀ ਕੋਈ ਮਾਰ ਗਿਆ, ਸਿਰ 'ਤੇ ਲਾ ਗਿਆ, ਉਹਦਾ ਮਤਲਬ ਪਹਿਲਾਂ ਤੁਹਾਨੂੰ ਦੱਸ ਦਿੱਤਾ ਸੀ ਵੀ ਇਹ ਉਦੋਂ ਖੇਡ ਖਤਮ ਹੈ ਨਾ। ਤੇ ਤੁਸੀਂ ਇਕੱਲੇ ਨਾ ਇਹ ਖੇਲਿਓ ਚੰਗਾ। ਜਦੋਂ ਤੁਸੀਂ ਇਕੱਲੇ ਹੋਵੋ ਤੇ ਮਤਲਬ ਤੁਸੀਂ ਆ ਵੀ ਚੱਲ ਮਜ਼ਾ ਬੜਾ ਆਇਆ ਸੀ ਤੇ ਆਪਾਂ ਫੇਰ ਹੁਣ ਖੇਲੀਏ, ਤੇ ਇਕੱਲੇ ਨਾ ਖੇਲਿਓ ਇੱਦਾਂ। ਮੈਂ ਸਿਰਫ ਤੁਹਾਨੂੰ ਦੱਸ ਆ ਵੀ ਚਲੋ ਤੁਸੀਂ ਨਾਲੇ ਅਜੇ ਤੁਸੀਂ ਸਿੱਖਿਆ ਵੀ ਨਹੀਂ ਪੂਰਾ ਹੈ ਨਾ, ਬਲੋਕ ਨਹੀਂ ਤੁਹਾਨੂੰ ਕਰਨੇ ਆਉਂਦੇ। ਤੇ ਦੂਜੀ ਵੱਡੀ ਗੱਲ ਆ ਵੀ ਤੁਸੀਂ ਉਹਨੂੰ ਪਹਿਲਾਂ ਮੈਂ ਦੱਸ ਦਿੱਤਾ ਹੈ ਰੈਫਰੀ ਦੇ ਵਚਨ ਮੰਨਣਾ ਹੈ ਨਾ, ਤੇ ਉਹ ਤੁਸੀਂ ਮੰਨਦੇ ਨਹੀਂ। ਉਹ ਵੀ ਮੰਨਦੇ ਸੀ ਸਾਰੇ, ਕੋਈ ਨਹੀਂ ਮੰਨਦਾ ਨਾ ਤੁਹਾਡੇ 'ਚੋਂ, ਮੰਨਦਾ ਸੀ ਕੋਈ? ਤੁਸੀਂ ਰੈਫਰੀ ਦੇ ਆਖੇ ਨਹੀਂ ਲੱਗਦੇ, ਆਪਦੇ ਵੱਜੀ ਕਿੱਥੇ ਦੱਸਣੀ ਕਿਸੇ ਨੇ? ਆਪਦੇ ਵੱਜੀ ਆਪੇ ਥੋੜਾ ਦੱਸਣੀ ਹੈ। ਤੇ ਹੁੰਦਾ ਆਪਦੇ ਵੱਜੀ ਤੁਸੀਂ ਆਪ ਦੱਸੋ ਹੈ ਨਾ। ਤੇ ਪੁੱਛ ਲਓ ਜੋ ਤੁਸੀਂ ਕੁਛ ਪੁੱਛਣਾ ਤੇ ਨਹੀਂ ਫਿਰ ਤੁਹਾਨੂੰ ਦੱਸੀਏ। कोई सवाल सी कि सलाह ਸਿੰਘ ਨਲਵੇ ਦੇ ਸਰੀਰ ਨਾਲ ਜਿਹੜਾ ਉਹਨਾਂ ਨੇ ਸ਼ਹੀਦੀ ਦਾ ਪ੍ਰਾਪਤ ਕਰ ਲਈ ਸੀ, ਉਸ ਤੋਂ ਬਾਅਦ ਉਹਨਾਂ ਦੇ ਸਰੀਰ ਨਾਲ ਕੀ ਹੋਇਆ ਸੀ? ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਸੀ ਕਿੱਦਾਂ ਹੈ? ਕਿਉਂਕਿ ਉਹ ਜਮਰੌਦ ਦੇ ਅੰਦਰ ਉਹਨਾਂ ਦਾ ਸਮਾਧਾ ਬਣਿਆ। ਮੁਸਲਮਾਨ ਅੱਜ ਵੀ ਅਰਦਾਸ ਕਰਦੇ ਉੱਥੇ ਜਾ ਕੇ ਆਪਣੇ ਹਿਸਾਬ ਨਾਲ ਦੁਆ ਮੰਗਦੇ ਆ ਵੀ ਅੱਲਾਹ ਸਾਨੂੰ ਇਹੋ ਜਿਹਾ ਪੁੱਤ ਦੇਈਂ। ਉੱਥੇ ਇਬਾਦਤ ਕਰਦੇ ਆ ਜਮਰੌਦ ਦੇ ਕਿਲੇ ਦੇ ਅੰਦਰ ਸਰਦਾਰ ਦਾ ਸਮਾਧਾ ਬਣਿਆ ਜੀ। ਇਹ ਬੱਚੇ ਨੂੰ ਨਾ ਜਾਂ ਤਾਂ ਚੁੱਪ ਕਰਾਓ ਤੇ ਜਾਂ ਫਿਰ ਛੱਡ ਆਓ ਇਹਨਾਂ ਦੇ ਮਾਤਾ ਪਿਤਾ ਕੋਲ। ਪੁੱਤ ਹੈ ਜਾਂ ਛੱਡਿਆ, ਚੱਲ ਚੁੱਪ ਕਰ ਗਿਆ, ਚੁੱਪ। ਜੇ ਰੌਲਾ ਪਾਉਣਾ ਨਿਊ ਕਰਨੀ ਤਾਂ ਫਿਰ ਉੱਥੇ ਅੰਦਰ ਚੰਗਾ। ਅੱਛਾ ਹੋਰ ਕੀ ਪੁੱਛਣਾ ਪੁੱਛਿਆ ਸੀ ਹਰੀ ਸਿੰਘ ਨੂੰ? ਇਹਦਾ ਕਿੱਦਾਂ ਅੰਤਮ ਸੰਸਕਾਰ ਹੋਇਆ? ਉੱਥੇ ਹੋਇਆ ਜਮਰੌਦ ਦੇ ਕੋਲੇ। ਹਾਂ ਜਦੋਂ ਸਰਦਾਰ ਸ਼ਹੀਦ ਹੋ ਗਿਆ ਸੀਗਾ ਤਾਂ ਸਰਦਾਰ ਦਾ ਘੋੜਾ ਹੈ ਜਿਹੜਾ ਨਾ ਉਹ ਬੜਾ ਸਿਆਣਾ ਸੀ। ਉਹਨੂੰ ਪਤਾ ਲੱਗ ਗਿਆ ਵੀ ਸਰਦਾਰ ਸ਼ਹੀਦ ਹੋ ਗਿਆ ਵਾ, ਤੇ ਘੋੜਾ ਉਸੇ ਵੇਲੇ ਕਿਲੇ ਦੇ ਅੰਦਰ ਮੋੜ ਆਇਆ। ਤੇ ਜਦੋਂ ਸਰਦਾਰ ਨੂੰ ਫਿਰ ਲਾਇਆ ਗਿਆ ਘੋੜੇ ਤੋਂ, ਸਵਾਸ ਹੈਗੇ ਸੀ, ਪੁੱਤ ਜਾ ਨਾ ਛੱਡਿਆ, ਮੈਂ ਡਿਸਟਰਬ ਹੋਣਾ ਫਿਰ, ਜਾ ਛੱਡਿਆ। ਚੱਲ ਫਿਰ ਅੰਦਰ ਛੱਡਿਆ ਜਾ ਕੇ ਆ ਚੱਲੀਏ ਫਿਰ ਆਪਾਂ ਘਰੇ। ਨਹੀਂ ਤੂੰ ਜਾ ਨਾ ਫਿਰ ਆਪੇ ਤੇਰੇ ਨਾਲ ਆ ਜਾਣਾ। ਆ ਚੱਲੀਏ ਆ ਚੱਲੀਏ ਥੋੜੀ ਜਿਹੀ ਦਾਦੀ ਕੋਲੇ ਚੱਲ ਫਿਰ ਬੋਲਣਾ ਨਹੀਂ, ਫਿਰ ਚੁੱਪ ਕਰ ਜਾਣੀ ਤੇ ਮੂੰਹ ਤੇ ਚੇਪੀ ਲਾ ਦੇਣੀ, ਮੂੰਹ ਤੇ ਟੇਪ ਲਾ ਦੇਣੀ। ਨਹੀਂ ਡਕ ਟੇਪ ਡਕ ਟੇਪ ਹੈਗੀ ਤੇਰੇ ਕੋਲ ਨਾ? ਘਰੇ ਪੀਏ ਘਰੇ ਮਮਾ ਨੂੰ ਭੇਜਣਾ ਹੁਣੇ, ਮਮਾ ਲਈ ਆਉਂਦੀ ਸਾਰੇ ਫੇਰ ਖੁੱਲ ਜਾਣਾ। ਅੱਛਾ ਕੀ ਦੱਸਦਾ ਪਿਆ ਸੀ? ਸਰਦਾਰ ਜਦੋਂ ਫਿਰ ਉਹਨੂੰ ਸਰੀਰ ਘੋੜੇ ਤੋਂ ਲਾਇਆ ਗਿਆ ਨਾ, ਤੇ ਫਿਰ ਸਰਦਾਰ ਨੇ ਜਦੋਂ ਆਖਰੀ ਸਵਾਸ ਲਏ ਆ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਸ਼ਹਾਦਤ ਦੀ ਖਬਰ ਲਾਹੌਰ ਨਹੀਂ ਜਾਣੀ ਚਾਹੀਦੀ ਜਿੰਨਾ ਚਿਰ ਯੁੱਧ ਨਹੀਂ ਫਤਿਹ ਹੁੰਦਾ, ਕਿਉਂਕਿ ਸਰਦਾਰ ਨੂੰ ਪਤਾ ਸੀ ਡੋਗਰਿਆਂ ਨੇ ਜਿਹੜਾ ਉਹ ਗਦਾਰੀ ਕਰ ਦੇਣੀ ਆ ਤੇ ਜੰਗ ਜਿੱਤੀ ਨਹੀਂ ਜਾਣੀ। ਫਿਰ ਤੇ ਉਹਨੇ
ਸੀਗਾ ਵੀ ਜਿੰਨਾ ਚਿਰ ਯੁੱਧ ਨਹੀਂ ਫਤਿਹ ਹੁੰਦਾ, ਕਿਉਂਕਿ ਯੁੱਧ ਫਤਿਹ ਹੋਣ 'ਤੇ ਹੀ ਉਹਨੂੰ ਪਤਾ ਸੀ ਸਰਦਾਰ ਨੂੰ, ਤੇ ਜੋ ਜੋ ਉਹ ਜਾਣਦਾ ਸੀ ਉਹਦੇ ਨਾਂ ਤੋਂ ਹੀ ਡਰਦੇ, ਉਹਦਾ ਨਾਂ ਹੀ ਕਾਫੀ ਸੀ। ਅੱਜ ਵੀ ਜੇ ਸਾਡੀਆਂ ਹਿਸਟਰੀਆਂ ਦੇ ਵਿੱਚ, ਸੰਸਾਰ ਦੀ ਹਿਸਟਰੀ 'ਚ ਕੋਈ ਫੋਲਦਾ, ਸਾਡੀ ਹਿਸਟਰੀ ਨੂੰ ਫੋਲਦਾ, ਤਾਂ ਸਰਦਾਰ ਹਰੀ ਸਿੰਘ ਵਰਗਾ ਕੋਈ ਜਰਨੈਲ ਨਹੀਂ ਲੱਭਦਾ ਕਿਸੇ ਵੀ ਹਿਸਟਰੀ 'ਚ। ਤੇ ਅਮਰੀਕਾ ਦੇ ਵਾਈਟ ਹਾਊਸ ਤੇ ਸਰਦਾਰ ਦਾ ਬੁੱਤ ਲਾਉਣ ਵਾਸਤੇ ਇਹਨਾਂ ਨੇ ਕਹਿਤਾ ਸੀ, ਤੇ ਉਹਦੇ ਵਾਸਤੇ ਮਤਲਬ ਸਿੱਖ ਵਿਰੋਧੀਆਂ ਨੇ ਬਹੁਤ ਜ਼ਿਆਦਾ ਗੁੱਸਾ ਮਨਾਇਆ ਸੀ, ਰੋਸ ਕੀਤਾ ਸੀ ਅਮਰੀਕਾ ਦੇ ਨਾਲ, ਤੇ ਫਿਰ ਨਹੀਂ ਇਹਨਾਂ ਨੇ ਲਾਇਆ। ਸਰਦਾਰ ਹਰੀ ਸਿੰਘ ਨਲੂਏ ਨੇ ਫਿਰ ਦੂਸਰੀ ਗੱਲ ਕਹੀ ਕਿ ਖਾਲਸਾ ਜੀ, ਮੇਰੀ ਦੇਹ ਨੂੰ ਅੜਾਸ ਲਾ ਕੇ ਤੇ ਉੱਪਰਲੀ ਮਮਟੀ ਤੇ ਬਿਠਾ ਦਿਓ, ਤੇ ਉਹਨਾਂ ਚਿਰ ਮੇਰਾ ਦਾਹ ਸੰਸਕਾਰ ਨਾ ਕਰਿਓ ਜਿੰਨਾ ਚਿਰ ਯੁੱਧ ਨਹੀਂ ਫਤਿਹ ਹੁੰਦਾ। ਮੈਂ ਇੱਥੋਂ ਪੜ੍ਹਿਆ ਸੀਗਾ ਇੱਕ ਸਟੋਰੀ ਵਿੱਚ ਨਾ ਕਿ ਉਹਨਾਂ ਦੇ ਅੰਦਰ ਸਾਰਾ ਕੱਢ ਕੇ ਲੱਕੜ ਅੰਦਰ ਪਾਤੀ ਸੀ, ਫਿਰ ਉਹਨਾਂ ਨੂੰ ਉਹਨਾਂ ਦੇ ਘੋੜੇ 'ਤੇ ਬਿਠਾ ਕੇ ਇੱਕ ਸਿੰਘ ਨੇ ਉਹਨਾਂ ਦੇ ਘੋੜੇ ਨੂੰ ਕਿਲੇ ਦੇ ਉੱਪਰੋਂ ਉਤਰਾਇਆ ਸੀਗਾ। ਨਹੀਂ ਇੱਦਾਂ ਨਹੀਂ ਉੱਦਾਂ ਲਿਖ ਦਿੱਤਾ ਹੋਣਾ ਕਿਸੇ ਨੇ ਸਟੋਰੀ 'ਚ, ਜਿਹੜੀ ਬੈਡ ਟਾਈਮ ਸਟੋਰੀ 'ਚ, ਉਹ ਹੇਮਕੁੰਡ ਫਾਊਂਡੇਸ਼ਨ ਵਾਲਿਆਂ ਦੀ ਵੇਖਿਆ ਮੈਂ ਉਸੇ ਵੇਲੇ ਤੈਨੂੰ ਪੁੱਛ ਕਿੱਥੋਂ ਬੁੱਕ ਪੜ੍ਹੀ ਹੈ ਤੂੰ। ਅੱਛਾ, ਉੱਦਾਂ ਕਈ ਉੱਦਾਂ ਇਹ ਵੀ ਜ਼ਿਕਰ ਕਰਦੇ ਆ ਵੀ ਸਰਦਾਰ ਦੇ ਵਸਤਰਾਂ ਤੋਂ ਨਹੀਂ ਹੁੰਦਾ, ਸਰਦਾਰ ਦੀ ਦੇਹ ਨੂੰ ਉਡਾਸ ਲਾ ਕੇ ਪਿੱਛੋਂ ਢੋ ਲਾ ਕੇ ਤੇ ਉਹਨੇ ਮਮਟੀ ਤੇ ਬਿਠਾ ਦਿੱਤਾ ਸੀ, ਉਹਨਾਂ ਨੂੰ ਦਿਖਦਾ ਸੀ ਉਹ ਬੈਠਾ ਉੱਤੇ ਅਜੇ ਜੀਂਦਾ। ਫਿਰ ਉਹ ਯੁੱਧ ਫਤਿਹ ਹੁੰਦਾ, ਤੇ ਜਦੋਂ ਯੁੱਧ ਫਤਿਹ ਹੁੰਦਾ ਫਿਰ ਸਰਦਾਰ ਦੀ ਦੇਹ ਦਾ ਅੰਤਮ ਸੰਸਕਾਰ ਕਰਦੇ ਆ। ਲਾਹੌਰ ਖਬਰ ਜਾਂਦੀ ਆ ਸ਼ੇਰੇ ਪੰਜਾਬ ਜੀ ਦੇ ਕੋਲ, ਮਹਾਰਾਜੇ ਨੇ ਬਹੁਤ ਜ਼ਿਆਦਾ ਮਾਤਮ ਮਨਾਇਆ, ਕਿਉਂਕਿ ਇਹ ਇਤਿਹਾਸਕਾਰ ਕਹਿੰਦੇ ਆ ਵੀ ਸ਼ੇਰੇ ਪੰਜਾਬ ਜੀ ਨੇ ਆਪਣੇ ਪੁੱਤਰ ਨੂੰ ਰਾਜ ਨਹੀਂ ਦੇਣਾ, ਇਹ ਪ੍ਰਥਾ ਖਤਮ ਕਰ ਦੇਣੀ ਸੀ ਉਹਨਾਂ, ਜੇ ਸਰਦਾਰ ਹਰੀ ਸਿੰਘ ਨਲੂਆ ਜਿੰਦਾ ਹੁੰਦਾ ਸੀ, ਕਿਉਂਕਿ ਸਰਦਾਰ ਦਾ ਵੀ ਪਿੰਡ ਗੁਜਰਾਂਵਾਲਾ ਹੀ ਆ। ਹਾਂਜੀ, ਤੇ ਸਰਦਾਰ ਹਰੀ ਸਿੰਘ ਦੇ ਨਾਂ ਨਲੂਏ ਦੇ ਨਾਂ ਦੇ ਸਿੱਕੇ ਚਲਾਤੇ ਹਨ, ਆਪਣੇ ਪੁੱਤਰ ਦੇ ਕਿਸੇ ਦੇ ਨਾਂ ਦਾ ਸਿੱਕਾ ਨਹੀਂ ਚਲਾਇਆ ਉਹਨੇ, ਨਲੂਏ ਦੇ ਨਾਂ ਦਾ ਸਿੱਕਾ ਚਲਾਤਾ ਹੈ। ਤੇ ਇਹ ਲਿਖਦੇ ਆ ਵੀ ਮਹਾਰਾਜਾ ਕਿੰਨਾ ਪਿਆਰ ਕਰਦੇ ਸੀ, ਕਹਿੰਦੇ ਵੀ ਜਦੋਂ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ ਸੀ ਤੇ ਕਹਿੰਦੇ ਮਹਾਰਾਜਾ ਕਿਹਾ ਕਰਦੇ ਸੀ ਕਿ ਜੇ ਮੇਰੇ ਕੋਲ ਸੋਨੇ ਦੀ ਪੌੜੀ ਮੈਂ ਸੱਚਖੰਡ ਨੂੰ ਲਾ ਸਕਦਾ ਹਾਂ ਤੇ ਮੈਂ ਉੱਥੋਂ ਵੀ ਲਾ ਲਾਂ ਤੈਨੂੰ। ਸਰਦਾਰ ਹਰੀ ਸਿੰਘ ਨਲੂਏ ਨਾਲ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਬਹੁਤ ਪਿਆਰ ਕਰਦੇ ਸੀ, ਇੱਕ ਖਾਲਸਾ ਰਾਜ ਦਾ ਥੰਮ ਮੰਨਿਆ ਜਾਂਦਾ। ਸਰਦਾਰ ਹਰੀ ਸਿੰਘ ਨਲੂਏ ਦੀ ਅੱਜ ਵੀ ਸਮਾਧੀ ਉੱਥੇ ਜਮਰੌਦ ਦੇ ਅੰਦਰ ਬਣੀ ਹੈ, ਉੱਥੇ ਹੁਣ ਤੁਸੀਂ ਜਾਓ ਤੇ ਤੁਹਾਨੂੰ ਫਿਰ ਬੜੇ ਜਾ ਸਕਦੇ ਉੱਦਾਂ, ਪਰ ਉਹ ਸਿਕਿਉਰਿਟੀ ਵਗੈਰਾ ਲੈ ਕੇ ਮੇਰੇ ਖਿਆਲ ਸ਼ਾਇਦ ਜਾਣਾ ਪੈਂਦਾ। ਹੋਰ ਕੁਛ ਪੁੱਛਣਾ? ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਨਲੂਆ ਕਿਵੇਂ ਪਿਆ ਸੀ, ਪਤਾ ਕਿਹਨੂੰ? ਦੱਸ। ਉਹ ਕਿਉਂਕਿ ਉਹ ਵਕਤ ਹੀ ਮੈਂ ਪੜ੍ਹਿਆ ਸੀ ਕਿ ਦੱਸ। ਕਿ ਉਹ ਇੱਕ ਵਾਰੀ ਸ਼ਿਕਾਰ 'ਤੇ ਗਏ ਸੀ ਮਹਾਰਾਜਾ ਜੀ ਤੇ ਉਦੋਂ ਉਹਨਾਂ ਨੇ ਜਦੋਂ ਕਿਸੇ ਨਾਲ ਕੀਤੀ ਸੀ ਲੜਾਈ ਉਦੋਂ ਜਦੋਂ ਵਾਪਸ ਆਏ ਸੀਗੇ ਉਹਨਾਂ ਦਾ ਉਦੋਂ ਨਾਮ ਪਾਇਆ ਗਿਆ ਸੀ ਨਲੂਆ। ਉਹਨਾਂ ਨੂੰ ਨਲੂਆ ਨਾਂ ਕਿਉਂ ਪਿਆ ਨਾ? ਜਦੋਂ ਚਪਾੜਾ ਆਹ ਤੇ ਨਲੂਆ ਨਾਂ ਕਿਉਂ ਪਿਆ? ਉਹਦੇ ਤੁਹਾਡੇ ਫੋਟੋ ਵੀ ਲੱਗੀ ਉੱਥੇ ਅੰਦਰ ਲੰਗਰ 'ਚ, ਵੇਖੀ ਹੈ ਨਾ ਤੁਸੀਂ, ਹਨਾ? ਹਾਂਜੀ, ਰਾਜਾ ਨਲ ਸਿੰਘ ਦੇ ਨਾਂ ਤੋਂ, ਕਿਉਂਕਿ ਉਹ ਵੀ ਸ਼ੇਰ ਦਾ ਸ਼ਿਕਾਰ ਕਰਦਾ ਸੀ। ਰਾਜਾ ਨਲ ਰਾਜਾ ਇੱਕ ਬੜਾ ਪ੍ਰਤਾਪੀ ਹੋਇਆ, ਉਹਦੇ ਨਾਂ ਤੋਂ ਮਹਾਰਾਜੇ ਨੇ ਨਲੂਆ ਖਿਤਾਬ ਦਿੱਤਾ ਸੀ, ਨਲੂਆ। ਤੇ ਜਦੋਂ ਮਹਾਰਾਜੇ ਦੇ ਅੰਗ ਰੱਖਿਅਕ ਸੀਗੇ, ਬੋਡੀਗਾਰਡ ਸੀ, ਸਪੈਸ਼ਲ ਬੋਡੀਗਾਰਡ ਮਹਾਰਾਜੇ ਦੇ, ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ 'ਤੇ ਇੱਕ ਰੈਜੀਮੈਂਟ ਸੀਗੀ, ਜਿੱਦਾਂ ਮਹਾਰਾਜ 2200 ਘੋੜਸਵਾਰ ਰੱਖਦੇ ਹੁੰਦੇ ਸੀ ਨਾ, ਤੇ ਸ਼ੇਰੇ ਪੰਜਾਬ ਜੀ ਨੇ ਉਹ 2200 ਘੋੜਸਵਾਰ ਇਹੋ ਜਿਹੇ ਰੱਖੇ ਹੁੰਦੇ ਸੀ ਜਿਹੜੇ ਮਤਲਬ ਦੁਨੀਆ ਵੇਖਣ ਆਵੇ ਤੇ ਵੇਂਦੀ ਰਹਿ ਜੇ ਬਸ। ਜਦੋਂ ਮਹਾਰਾਜਾ
ਬਸੰਤੀ ਦਰਬਾਰ ਲਾਉਂਦੇ ਹੁੰਦੇ ਸੀ ਨਾ। ਬਸੰਤੀ ਦਰਬਾਰ ਦੇ ਵਿੱਚ ਜਿੱਦਾਂ ਹੁਣ 15 ਅਗਸਤ ਨੂੰ ਆਪਣੀ ਪਰੇਡ ਨਹੀਂ ਕਰਦੇ, ਜਾਂ ਅਮਰੀਕਾ ਪਰੇਡ ਕਰਦਾ, ਅਮਰੀਕਾ ਨਹੀਂ ਕਰਦਾ ਸੱਚ, ਅਮਰੀਕਾ ਆਪਣੇ ਸ਼ਸਤਰ ਨਹੀਂ ਦਿਖਾਉਂਦਾ, ਚਾਈਨਾ ਵਾਲੇ ਦਿਖਾਉਂਦੇ ਆ ਤੇ ਹੋਰ ਪਰੇਡਾਂ ਕਰਦੇ ਆ ਨਾ। ਜਿੱਦਾਂ ਸ਼ੇਰੇ ਪੰਜਾਬ 4 ਦਰਬਾਰ ਲਾਉਂਦੇ ਹੁੰਦੇ ਸੀ ਇੱਕ ਸਾਲ ਦੇ ਵਿੱਚ। ਦੁਸ਼ਹਿਰੇ ਤੇ ਵੀ ਦਰਬਾਰ ਲੱਗਦਾ ਸੀ, ਬਸੰਤੀ ਦਰਬਾਰ ਲੱਗਦਾ ਸੀ, 2 ਦਰਬਾਰ ਹੋਰ ਲਾਉਂਦੇ ਹੁੰਦੇ ਸੀ ਮਹਾਰਾਜਾ ਸਾਹਿਬ। ਤੇ ਜਦੋਂ ਇਹ ਦਰਬਾਰ ਲੱਗਦਾ ਹੁੰਦਾ ਸੀ ਉਦੋਂ ਫਿਰ ਸਾਰੀ ਫੌਜ ਦੇ ਮਾਰਚ ਪਾਸਟ ਹੁੰਦੇ ਸੀ ਤੇ ਫੌਜਾਂ ਨੂੰ ਨਿਰੀਖਣ ਮਹਾਰਾਜਾ ਆਪ ਕਰਦੇ, ਕਿਸੇ ਦੇ ਕਹੇ ਤੇ ਨਹੀਂ। ਜਿੱਥੇ ਜਰਨੈਲ ਸਾਰੇ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਸਾਰੇ ਦੇਸ਼ 'ਚ ਕਿੱਥੇ ਕੀ ਹੋ ਰਿਹਾ ਮਹਾਰਾਜੇ ਨੂੰ ਪਲ ਪਲ ਦੀ ਖਬਰ ਹੁੰਦੀ। ਐਡਾ ਉਹ ਤੇਜ਼ ਤਰਾਰ। ਤੇ ਉਦੋਂ ਫੋਨ ਨਹੀਂ ਹੁੰਦੇ, ਵਟਸਐਪ ਨਹੀਂ ਹੁੰਦੇ। ਲਾਹੌਰ ਕਿਲ੍ਹੇ ਦਾ ਤੁਸੀਂ ਵੇਖਿਆ ਕਿਸੇ ਨੇ? ਲਾਹੌਰ ਦਾ ਕਿਲ੍ਹਾ ਨਹੀਂ ਵੇਖਿਆ? ਤਸਵੀਰ 'ਚ ਦੇਖਿਆ। ਮੁਗਲਾਂ ਦੇ ਸਮੇਂ ਬਹੁਤ ਥੋੜਾ ਹੀ ਉਹ ਚੀਜ਼। ਮਹਾਰਾਜੇ ਦੀ ਜਿੱਥੇ ਰਿਹਾਇਸ਼ਗਾਹ ਹੈ ਨਾ, ਅੰਦਰ ਸ਼ੀਸ਼ ਮਹਿਲ ਉਹਨੂੰ ਕਹਿੰਦੇ ਆ। ਸ਼ੇਰੇ ਪੰਜਾਬ ਜੀ ਉੱਥੇ ਮਹਾਰਾਜੇ ਦਾ ਆਰਾਮ ਕਰਨ ਵਾਲਾ ਥਾਂ, ਫਰਲ ਹਵਾ ਆਉਂਦੀ 4 ਚੁਫੇਰੇ, ਨਹਾਉਣ ਵਾਲਾ ਥਾਂ ਵੀ ਹੈਗਾ ਉੱਥੇ, ਕੇਸਰੇ ਕਰਨ ਨੂੰ ਬਹੁਤ ਕੁਦਰਤੀ ਚੀਜ਼ਾਂ ਨੇ। ਤੇ ਬਾਹਰਲੇ ਬੰਨੇ ਉਹ ਥਾਂ ਹੈ ਜਿੱਥੇ ਉਹ ਥੜਾ ਮੌਜੂਦ ਹੈ ਜਿੱਥੇ ਮਹਾਰਾਜਾ ਸਾਹਿਬ ਦਰਬਾਰ ਲਾਉਂਦੇ ਹੁੰਦੇ। ਤੇ ਕੀ ਦੱਸਣ ਲੱਗਾ ਹਾਂ? ਉਹ ਦੱਸਣ ਲੱਗਾ ਹਾਂ ਜ਼ਰੂਰੀ ਚੀਜ਼। ਹਾਂ, ਉਹ ਜਦੋਂ ਕਿਲ੍ਹੇ 'ਤੇ ਤੁਸੀਂ ਜਾਓਗੇ ਨਾ ਤੇ ਮਹਾਰਾਜੇ ਨੇ ਉਹ ਬਣਾਏ ਹੋਏ ਰੱਖਣੇ ਆ, ਉਹਦੇ 'ਚ ਕਬੂਤਰ ਬੈਠੇ ਹੁੰਦੇ ਅਜੇ ਵੀ, ਕਿੰਨੇ ਹੀ ਆ। ਹਰੇਕ ਸੂਬੇ ਤੋਂ, ਹਰੇਕ ਸਿਟੀ ਤੋਂ, ਹਰੇਕ ਕੋਤਵਾਲੀ ਤੋਂ ਉੱਥੇ ਰੋਜ਼ ਖਬਰ ਆਉਂਦੀ, ਕਬੂਤਰ ਲੈ ਲੈ ਕੇ ਆਉਂਦੇ ਹੁੰਦੇ ਸੀ। ਤੇ ਕਬੂਤਰ ਪਕੜ ਕੇ ਫਿਰ ਉਹਨਾਂ ਨੇ ਉਹ ਜਿਵੇਂ ਇੱਥੇ World War I ਤੇ World War II ਵਿੱਚ ਪੈਸੇਂਜਰ ਪਿਜਨਸ ਵਰਤੇ ਸੀ। ਰਵਾਤਾਂ ਨੂੰ ਜ਼ਿਆਦਾ ਚੱਲ ਲਿਆ ਮੇਰੇ ਕੋਲ ਆ ਕਿਹਦਾ ਹੈ ਆਪਣਾ। ਜ਼ਿਆਦਾ ਰਵਾਤਾਂ ਨੂੰ ਚੱਲ ਫਿਰ ਛੱਡ ਕੇ ਆਉਂਦੀ ਕੋਈ। ਚੱਲ ਮੈਂ ਤੂੰ ਬੈਠੀ ਰਹਿ ਮੇਰੇ ਕੋਲ। ਆ ਚੱਲੀ ਆ। ਕੋਈ ਨਹੀਂ, ਪਿਆਰ ਨਾਲ ਲੈ ਜਾਓ, ਪਿਆਰ ਨਾਲ। ਆ ਚੱਲੀ ਆ। ਮੱਖੀ ਬੈਠੀ ਸੀ ਮੇਰੀ ਸਟੋਰੀ। ਕੀ ਦੱਸਿਆ ਦੁਬਾਰਾ ਦੱਸ। ਇੱਥੇ World War II ਵਿੱਚ ਤੇ World War I ਵਿੱਚ ਨਾ ਉਹ ਪੈਸੇਂਜਰ ਪਿਜਨ ਵਰਤੇ ਕੀ ਵਰਤਦੇ? ਕਿ ਹੈ ਨਾ ਉਹਨਾਂ ਦੇ ਪੈਰਾਂ ਤੇ ਹੈ ਨਾ ਕੀ ਕਿਹੜਾ ਪੰਛੀ, ਕਿਹੜਾ ਬਰਡ ਵਰਤਦੇ? ਪਿਜਨ, ਕਬੂਤਰ ਸੇਮ ਚੀਜ਼ ਹੈ। ਹਾਂ ਹੈ ਨਾ। ਉਹ ਨਾ ਕੀ ਕਹਿੰਦੇ ਹੈ ਨਾ, ਪੈਰਾਂ ਤੇ ਮੈਸੇਜ ਇੱਕ ਧਾਗੇ ਨਾਲ ਹੈ ਨਾ ਮੈਸੇਜ ਬਣ ਕੇ ਉਹਨਾਂ ਦੇ ਪੈਰਾਂ ਤੇ ਫਿਰ ਭੇਜ ਦਿੰਦੇ। ਤੁਸੀਂ ਵੇਖੋ, ਇਹਨਾਂ ਰਵਾਇਤਾਂ ਨੂੰ ਕਾਇਮ ਰੱਖਣ ਵਾਸਤੇ ਇੱਕ ਮਿੰਟ ਤੁਸੀਂ ਆਪ ਦਾ ਬੰਦ ਕਰ ਦਿਓ ਬਚਨ ਬੁਲਾ। ਜਦੋਂ ਅੱਜ ਵੀ ਤੁਹਾਨੂੰ ਦੱਸਾਂ, ਜਦੋਂ ਮੈਸੇਜ ਭੇਜਣਾ ਹੁੰਦਾ ਨਾ ਇੰਗਲੈਂਡ ਦੇ ਵਿੱਚ, ਉਹਨਾਂ ਦੀ ਇੱਕ ਰਵਾਇਤ ਹੈ ਆਪਣੇ ਉਹ ਦਿਨ ਹੁੰਦੇ ਉਹਨਾਂ ਦੇ, ਉਹ ਇੱਕ ਕਿਲੇ ਤੋਂ ਦੂਸਰੇ ਕਿਲੇ ਤੱਕ ਰਾਣੀ ਨੂੰ ਅੱਜ ਵੀ ਮੈਸੇਜ ਬਾਜ ਲੈ ਕੇ ਆਉਂਦਾ ਵਾ। ਬਾਜ ਦੇ ਪੈਰ ਨੂੰ ਉਹਨਾਂ ਨੇ ਬੰਨ੍ਹਿਆ ਹੁੰਦਾ ਉਹ ਜਿਹੜਾ, ਤੇ ਬਾਜ ਤੋਂ ਪੜ੍ਹ ਕੇ ਫਿਰ ਉਹ ਰਾਣੀ ਜਿਹੜੀ ਆ ਉਹ ਫਿਰ ਆਪਣੇ ਮਹਿਲ ਚੋਂ ਨਿਕਲਦੀ ਆ। ਕੀ ਮੈਸੇਜ ਦਿੰਦਾ ਉਹ ਬਾਜ, ਨਿਕਲਣਾ ਜਾਂ ਨਹੀਂ ਨਿਕਲਣਾ, ਉਹਨੂੰ ਉਹ ਫੋਲੋ ਕਰਦੇ ਆ। ਅੱਜ ਫੋਨ ਹੈ, ਨੈੱਟ ਹੈ, ਪਰ ਉਹਨਾਂ ਨੇ ਪੁਰਾਣੀਆਂ ਰਵਾਇਤਾਂ ਆਪਣੀਆਂ ਗਵਾਈਆਂ ਨਹੀਂ ਹੈਗੀਆਂ, ਅੱਜ ਵੀ ਉਸੇ ਤਰ੍ਹਾਂ ਯੂਜ਼ ਕਰਦੇ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਹਰ ਪਲ ਪਲ ਦੀ ਖਬਰ ਰੱਖਦੇ ਵੀ ਕਿੱਥੇ ਕੀ ਹੋ ਰਿਹਾ। ਕਈ ਜਦੋਂ ਕਿਸੇ ਦਾ ਰਾਜ ਡਿੱਗਣਾ ਹੁੰਦਾ ਨਾ, ਅੰਗਰੇਜ਼ ਜਦੋਂ ਤੱਕ ਪੰਜਾਬ ਵਿੱਚ ਨਹੀਂ ਸੀ ਆਇਆ ਤਾਂ ਸ਼ੇਰੇ ਪੰਜਾਬ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਬਹੁਤ ਊਟ ਪਟਾਂਗ ਲਿਖਤਾਂ ਲਿਖ ਦਿੱਤੀਆਂ ਵੀ ਜਨਤਾ ਦਾ ਮੋਹ ਭੰਗ ਕੀਤਾ ਜਾ ਸਕੇ, ਪਰ ਉਹਨਾਂ ਦਾ ਕੋਈ ਅਸਰ ਨਹੀਂ ਜਨਤਾ 'ਤੇ ਹੋਇਆ, ਕੋਈ ਵੀ ਜਨਤਾ 'ਤੇ ਅਸਰ ਨਹੀਂ ਹੋਇਆ ਉਹਦਾ। ਤੇ ਫਿਰ ਮਹਾਰਾਜਾ ਸਾਹਿਬ ਜੀ ਨੂੰ ਜਦੋਂ ਰੋਪੜ ਦੀ ਸੰਧੀ ਹੁੰਦੀ ਹੈ, ਇੱਕ ਸੰਧੀ ਹੋਈ ਸੀ ਅੰਗਰੇਜ਼ ਦੇ ਨਾਲ, ਬੜੀ ਮਸ਼ਹੂਰ ਆ ਉਹ। ਰੋਪੜ ਦੀ ਸੰਧੀ ਵਿੱਚ ਸ਼ੇਰੇ ਪੰਜਾਬ ਜੀ ਨੂੰ ਉਹਨਾਂ ਨੇ ਦਾਵਤ 'ਤੇ ਬੁਲਾਇਆ ਸੀ, ਤੇ ਉਦੋਂ ਮਤਲਬ ਇਤਿਹਾਸਕਾਰ ਇਹ ਸ਼ੰਕਾ ਕਰਦੇ ਆ ਮਹਾਰਾਜਾ ਸਾਹਿਬ ਨੂੰ ਉਹਨਾਂ ਨੇ ਸਲੋ ਪੋਇਜ਼ਨ ਦਿੱਤਾ ਉਸ ਖਾਣੇ ਵਿੱਚ। ਉਸ ਸੰਧੀ ਤੋਂ ਬਾਅਦ ਮਹਾਰਾਜਾ ਕਦੇ ਵੀ ਦਰਬਾਰ 'ਚ ਨਹੀਂ ਬੈਠ ਸਕੇ। ਦਿਨੋਂ ਦਿਨ ਢਲਦਾ ਸਰੀਰ ਲਕਵੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ। ਫਿਰ ਇੱਥੋਂ ਤੱਕ ਨੌਬਤ ਆ ਗਈ ਕਿ ਮਹਾਰਾਜਾ ਆਪਣੇ ਜ਼ੁਬਾਨ ਤੋਂ ਵੀ ਗਏ, ਬੋਲ ਨਹੀਂ ਸੀ ਸਕਦੇ, ਬੋਲਣਾ ਚਾਹੁੰਦੇ ਵੀ ਤਾਂ ਵੀ ਬੋਲਿਆ ਨਹੀਂ ਸੀ ਜਾਂਦਾ।
ਕਹਿੰਦੇ ਆ ਵੀ ਜਦੋਂ ਦੀਵਾ ਬੁਝਣ ਲੱਗਦਾ ਨਾ ਤੇ ਬੁਝਣ ਲੱਗਿਆਂ ਦੀਵਾ ਇੱਕ ਵਾਰੀ ਫਿਰ ਲਟ ਲਟ ਕਰਕੇ ਬਲ ਉੱਠਦਾ। ਫਿਰ ਜਦੋਂ ਮਹਾਰਾਜ ਨੇ ਸਰੀਰ ਛੱਡਣਾ ਸੀ 2 ਦਿਨ ਮਹਾਰਾਜ ਦੀ ਪਹਿਲਾਂ ਜ਼ੁਬਾਨ ਪਰਤ ਆਈ, ਫਿਰ ਉੱਦਾਂ ਹੀ ਉਹਦਾ ਜਾਹੋ ਜਲਾਲ ਆ ਗਿਆ। ਫਿਰ ਉਹਦੇ 'ਚ 2 ਦਿਨ ਚੜ੍ਹਾਈ ਕਰਨ ਤੋਂ ਪਹਿਲਾਂ ਮਹਾਰਾਜ ਨੇ ਫਿਰ ਆਖਿਆ ਕਿ ਕੋਈ ਨੂਰ ਹੀਰਾ ਮੰਗਵਾਇਆ। ਧਿਆਨ ਸਿੰਘ ਡੋਗਰੇ ਨੇ ਕਿਹਾ ਸਫਾਈ ਵਾਸਤੇ ਗਿਆ ਵਾ, ਹੈਗਾ ਤੇ ਉੱਥੇ ਹੀ ਦਿੱਤਾ ਨਹੀਂ। ਸ਼ੇਰੇ ਪੰਜਾਬ ਜੀ ਭੇਟ ਕਰਨਾ ਚਾਹੁੰਦੇ ਸੀ ਗੁਰੂ ਰਾਮਦਾਸ ਸਾਹਿਬ ਦੇ ਘਰ। ਫਿਰ ਮਹਾਰਾਜ ਨੇ ਦਰਬਾਰ ਲਾਉਣ ਵਾਸਤੇ ਆਗਿਆ ਕੀਤੀ। ਸ਼ਾਹੀ ਕਿਲੇ ਦੇ ਸਾਹਮਣੇ ਮਸਜਿਦ ਹੈ, ਮਸਜਿਦ ਦੇ ਵਿਚਕਾਰ ਇੱਕ ਸੰਗਮਰਮਰ ਦੀ ਬਾਰਾਂਦਰੀ ਹੈ। ਸ਼ੇਰੇ ਪੰਜਾਬ ਜੀ ਉਹਦੇ ਉੱਤੇ ਬੈਠ ਕੇ ਦੀਵਾਨੇ ਆਮ ਲਾਇਆ ਕਰਦੇ, ਉੱਥੇ ਰਿਆਇਆ ਦੀਆਂ ਸ਼ਿਕਾਇਤਾਂ ਸੁਣਦੇ ਹੁੰਦੇ। ਰਿਆਇਆ ਨੂੰ ਖੁੱਲ੍ਹਾ ਦਰਸ਼ਨ ਉੱਥੇ ਦਿੰਦੇ ਹੁੰਦੇ, ਵੱਡਾ ਦਰਬਾਰ ਉੱਥੇ ਲੱਗਦਾ ਹੁੰਦਾ। ਉਹ ਦਰਬਾਰ ਲਾਉਣ ਦੀ ਮਹਾਰਾਜ ਨੇ ਆਗਿਆ ਕੀਤੀ ਵੀ ਇੱਕ ਵਾਰੀ ਆਪਣੀ ਰਿਆਇਆ ਦਾ ਦਰਸ਼ਨ ਕਰਨਾ ਵਾ। ਫਿਰ ਸਾਰੇ ਸ਼ਹਿਜ਼ਾਦੇ, ਅਮੀਰ, ਵਜ਼ੀਰ, ਜਰਨੈਲ, ਉਹ ਆਖਰੀ ਦਰਬਾਰ ਸਜਿਆ। ਮਹਾਰਾਜ ਦੇ ਦਰਬਾਰ ਵਿੱਚ ਬੜੇ ਅੰਗਰੇਜ਼ ਵੀ ਚੰਗੇ ਅਹੁਦਿਆਂ 'ਤੇ ਕੰਮ ਕਰਦੇ ਤੇ ਬੜੇ ਵਫਾਦਾਰ ਵੀ ਸੀਗੇ। ਜਦੋਂ ਸ਼ੇਰੇ ਪੰਜਾਬ ਜੀ ਦੀ ਪਾਲਕੀ ਨੂੰ ਸ਼ਹਿਜ਼ਾਦਿਆਂ ਨੇ ਆਪਣੇ ਮੋਢਿਆਂ 'ਤੇ ਚੱਕਿਆ, ਅਮੀਰਾਂ ਵਜ਼ੀਰਾਂ ਨੇ ਚੱਕਿਆ ਤੇ ਉੱਥੇ ਲੈ ਕੇ ਆਏ ਬਾਰਾਂਦਰੀ ਦੇ ਅੰਦਰ। ਮਹਾਰਾਜੇ ਨੂੰ ਸਰਾਣਿਆਂ ਦੀ ਢੋਹ ਲਾ ਕੇ ਤੇ ਬਿਠਾਇਆ ਹੋਇਆ ਸੀ ਪਾਲਕੀ ਦੇ ਵਿੱਚ। ਤੇ ਉੱਥੇ ਇਤਿਹਾਸਕਾਰ ਲਿਖਦੇ ਆ, ਜਿਹੜੇ ਉਦੋਂ ਦੇ ਸਮਕਾਲੀ ਇਤਿਹਾਸਕਾਰ, ਕਹਿੰਦੇ ਇਹ ਉਹ ਸ਼ਾਹ ਸਵਾਰ ਹੈ ਜਦੋਂ ਘੋੜੇ 'ਤੇ ਚੜ੍ਹਦਾ ਸੀ ਤੇ ਦਰਿਆ ਖਬਰ ਦੀਆਂ ਪਹਾੜੀਆਂ ਕੰਬਦੀਆਂ ਇਹਦਾ ਨਾਂ ਸੁਣ ਕੇ। ਜਦੋਂ ਇਹ ਮੂੰਹ ਕਰਦਾ ਹੈ ਜਿੱਧਰ ਨੂੰ, ਉੱਧਰ ਦੇ ਰਾਜੇ ਆਪ ਨਜ਼ਰਾਨੇ ਲੈ ਕੇ ਤੇ ਅੱਗੇ ਹਾਜ਼ਰ ਹੋ ਜਾਂਦੇ ਸੀ। ਸਾਡੇ ਦੇਸ਼ ਦੀ ਏਡੀ ਵੱਡੀ ਤਾਕਤ ਸੀ, ਇੰਨੀ ਵੱਡੀ ਮਜ਼ਬੂਤੀ ਸੀ, ਉਹ ਰੇਤ ਦੀ ਕੰਧ ਵਾਂਗੂ ਘਿਰ ਗਈ। ਅੰਗਰੇਜ਼ ਨੇ ਇਹੋ ਜਿਹੀਆਂ ਨੀਤੀਆਂ ਵਰਤੀਆਂ। ਕਸੂਰ ਅੰਗਰੇਜ਼ ਦਾ ਤਾਂ ਹੈਗਾ ਹੀ ਆ, ਆਪਣਿਆਂ ਦਾ ਵੀ ਬੜਾ ਵੱਡਾ ਕਸੂਰ। ਉਹ ਜਿੱਦਾਂ ਲੰਮੀ ਦਾਸਤਾਨ ਹੈ, ਫਿਰ ਮੈਂ ਸਿਰਫ ਤੁਹਾਨੂੰ ਦੱਸਦਾ। ਸ਼ੇਰੇ ਪੰਜਾਬ ਜੀ ਬੈਠੇ ਆ ਤਖਤ ਦੇ ਉੱਪਰ, ਸਾਰੀ ਆਪਣੀ ਰਿਆਇਆ ਨੂੰ, ਕੌਮ ਨੂੰ, ਜਰਨੈਲਾਂ ਨੂੰ, ਅਮੀਰਾਂ ਵਜ਼ੀਰਾਂ, ਸ਼ਹਿਜ਼ਾਦਿਆਂ ਨੂੰ ਸੰਬੋਧਨ ਹੋਏ। ਉਦੋਂ ਦੀ ਹੱਥ ਦੀ ਬਣਾਈ ਇੱਕ ਪੇਂਟਿੰਗ ਵਾ ਜਿਹੜਾ ਮਹਾਰਾਜਾ ਦੀਵਾਨੇ ਖਾਸ ਲਾਇਆ ਕਰਦੇ। ਉਹ ਮਸ਼ਹੂਰ ਬੜੀ ਆ, ਕਿਸੇ ਅੰਗਰੇਜ਼ ਨੇ ਬਣਾਈ ਆ ਮੌਕੇ 'ਤੇ, ਉਸ ਸਮੇਂ ਦੇ ਮਤਲਬ ਬਣੀ ਹੋਈ ਤਸਵੀਰ। ਤੇ ਲਾਹੌਰ ਦੇ ਅਜਾਇਬ ਘਰ ਦੇ ਅੰਦਰ ਉਹ ਤਸਵੀਰ ਲੱਗੀ ਹੈ ਤੇ ਉੱਥੇ ਇਕੱਲੇ ਇਕੱਲੇ ਦਾ ਨਾਂ ਲਿਖ ਕੇ ਦੱਸਿਆ ਵੀ ਇਹ ਕੌਣ ਖਲੋਤਾ, ਆਹ ਕੌਣ ਖਲੋਤਾ, ਆਹ ਕੌਣ, ਆਹ ਕੌਣ। ਤੇ ਮਹਾਰਾਜੇ ਨੇ ਫਿਰ ਆਪਣੇ ਮੁਖ ਤੋਂ ਆਪਣੀ ਰਿਆਇਆ ਨੂੰ ਸੰਬੋਧਨ ਹੋ ਕੇ ਬੜੇ ਪਿਆਰ ਦੇ ਬੋਲ ਬੋਲੇ, ਗੁਰੂ ਸਾਹਿਬ ਦੇ ਸੰਬੰਧ ਵਿੱਚ ਕੋਈ ਬਚਨ ਕੀਤੇ। ਫਿਰ ਮਹਾਰਾਜੇ ਨੇ ਕਿਹਾ ਵੀ ਮੈਨੂੰ ਹੁਣ ਧੁਰੋਂ ਦਰਗਾਹੋਂ ਆਵਾਜ਼ ਆ ਰਹੀ ਹੈ ਵੀ ਮੇਰਾ ਹੁਣ ਸਰੀਰ ਨਹੀਂ ਰਹਿਣਾ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆਪਣੇ ਜਰਨੈਲਾਂ ਨੂੰ ਕਿ ਜਿੱਥੇ ਭਰਾ ਦਾ ਮੁੜਕਾ ਡੁੱਲੇ ਉੱਥੇ ਖੂਨ ਡੋਲਿਓ, ਇੰਨਾ ਪਿਆਰ ਕਰਿਓ ਆਪਸ 'ਚ। ਤੇ ਜੇ ਤੁਸੀਂ ਇੱਕ ਦੂਜੇ ਦੇ ਵਿਰੋਧੀ ਬਣ ਗਏ, ਦੁਸ਼ਮਣ ਨੇ ਬਹੁਤ ਜਲਦੀ ਤੁਹਾਨੂੰ ਫਤਿਹ ਕਰ ਦੇਣਾ। ਤੇ ਜਿੱਦਣ ਦੁਸ਼ਮਣ ਦਾ ਘੋੜਾ ਪੰਜਾਬ ਦੀ ਧਰਤੀ 'ਤੇ ਸੁੰਬ ਧਰੂਗਾ, ਉਸ ਦਿਨ ਉਹ ਸੁੰਬ ਘੋੜੇ ਦਾ ਸ਼ੇਰੇ ਪੰਜਾਬ ਨੇ ਕਿਹਾ ਮੇਰੀ ਛਾਤੀ 'ਤੇ ਭਰਿਆ ਜਾਊਗਾ। ਹਾਂਜੀ। ਫਿਰ ਧਿਆਨ ਸਿੰਘ ਡੋਗਰੇ ਨੂੰ ਕੁਛ ਬੋਲ ਕਹੇ, ਕਿਉਂਕਿ ਮਹਾਰਾਜਾ ਉਹਦੇ 'ਤੇ ਵਿਸ਼ਵਾਸ ਕਰਦੇ ਸੀ। ਮਹਾਰਾਜਾ ਖੜਕ ਸਿੰਘ ਨੂੰ ਆਪਣਾ ਟਿੱਕਾ ਚਿਣ ਦਿੱਤਾ, ਵੱਡਾ ਪੁੱਤਰ ਸੀ ਨਾ, ਭਾਵੇਂ ਨੂੰ ਬਾਅਦ 'ਚ ਰਾਜਾ ਘੋਸ਼ਿਤ ਕਰਨਾ ਮਹਾਰਾਜਾ ਖੜਕ ਸਿੰਘ ਨੂੰ। ਮਹਾਰਾਜਾ ਖੜਕ ਸਿੰਘ ਵੀ ਬਹੁਤ ਯੋਗ ਸੀ, ਬਹੁਤ ਯੋਗ ਸੀ ਉਹ। ਮਹਾਰਾਜੇ ਦੇ ਪੁੱਤਰ ਬੜੇ ਲਾਇਕ ਸੀਗੇ, ਪਰ ਧਿਆਨ ਸਿੰਘ ਡੋਗਰੇ ਨੇ ਚੱਲਣ ਹੀ ਨਹੀਂ ਦਿੱਤੀ, ਕਿਉਂਕਿ ਉਹਦੇ ਕੋਲ ਅਹੁਦਾ ਬਹੁਤ ਹੀ ਵੱਡਾ, ਵਜ਼ੀਰੇ ਆਲਾ ਦਾ ਅਹੁਦਾ ਸੀ, ਮਹਾਰਾਜੇ ਤੋਂ ਥੱਲੇ ਉਹਦਾ ਹੁਕਮ ਚੱਲਦਾ। ਤੇ ਮਹਾਰਾਜੇ ਦੇ ਹੁੰਦਿਆਂ ਵੀ ਮਹਾਰਾਜੇ ਦੇ ਪੁੱਤਰ ਨਹੀਂ ਮਹਾਰਾਜੇ ਨੂੰ ਮਿਲ ਸਕਦੇ। ਤੇ ਮਹਾਰਾਜੇ ਦੇ ਕੰਨ ਭਰਦਾ ਰਹਿੰਦਾ ਸੀ ਵੀ ਇਹ ਨਲਾਇਕ ਵਾ, ਇਹਨਾਂ ਨੂੰ ਕੁਛ ਕਰਨਾ ਨਹੀਂ ਆਉਂਦਾ। ਜਿਹੜੀ ਲੜਾਈ ਤੇ ਕਿਸੇ ਸ਼ੇਰ ਸਿੰਘ ਨੂੰ ਭੱਜਣਾ ਜਾਂ ਖੜਕ ਸਿੰਘ ਹੋਣਾ ਨੂੰ ਭੇਜਣਾ, ਉਹਦੇ ਮੱਕਰ ਇਮਦਾਦ ਨਹੀਂ ਪੂਰੀ ਭੇਜਣੀ, ਜੰਗ ਜਿੱਤੀ ਨਹੀਂ ਜਾਣੀ, ਕਹਿਣਾ ਮਹਾਰਾਜਾ ਵੇਖ ਤੇਰਾ ਪੁੱਤਰ ਲਾਇਕ ਨਹੀਂ ਹੈਗਾ, ਫਲਾਨਾ ਢਿਮਕਾ, ਮਹਾਰਾਜੇ ਦੇ ਕੰਨ ਭਰ ਛੱਡਣੇ।
ਤੁਸੀਂ ਵੇਖੋ ਵੀ ਪਿਓ ਤੇ ਪੁੱਤਰ ਦਾ ਮਿਲਾਪ ਨਹੀਂ ਉਹਨੇ ਜਿੰਦਿਆਂ ਜੀ ਨਹੀਂ ਹੋਣ ਦਿੰਦਾ, ਪਰ ਫਿਰ ਵੀ ਮਹਾਰਾਜੇ ਨੇ ਆਪਣੇ ਪੁੱਤਰ ਨੂੰ ਯੋਗ ਜਾਣ ਕੇ, ਕਿਉਂਕਿ ਨਾ ਤਾਂ ਉਦੋਂ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਸੀਗੇ, ਨਾ ਸਰਦਾਰ ਹੀਰ ਸਿੰਘ ਨਲੂਆ ਜਿੰਦੇ ਸੀ, ਤੇ ਫਿਰ ਮਹਾਰਾਜਾ ਖੜਕ ਸਿੰਘ ਨੂੰ ਟਿੱਕਾ ਗੋਸ਼ਤ ਕਰ ਦਿੱਤਾ। ਹਾਂਜੀ, ਸ਼ੇਰੇ ਪੰਜਾਬ ਜੀ ਦਾ ਸਮਾਧਾ ਜਿਹੜਾ ਕੀ ਕਹਿੰਦੇ ਆ ਦਰਵਾਜ਼ੇ ਨੂੰ, ਜਿੱਧਰ ਗੁਰਦੁਆਰਾ ਡੇਰਾ ਸਾਹਿਬ ਹੈ ਨਾ, ਉਸ ਪਾਸੇ ਨੂੰ ਉਹ ਖੁੱਲ੍ਹਦਾ ਦਰਵਾਜ਼ਾ ਅੱਜ ਬੰਦ ਆ, ਉਹ ਹੁਣ ਨਹੀਂ ਖੁੱਲ੍ਹਦਾ, ਉਹਨੂੰ ਮਨਹੂਸ ਜਾਣ ਕੇ ਬੰਦ ਕਰ ਦਿੱਤਾ। ਤੇ ਉਸ ਦਰਵਾਜ਼ੇ ਦੇ ਰਾਹੀਂ ਲੰਘ ਕੇ ਮਹਾਰਾਜੇ ਦੀ ਬਾਹਰ ਚਿਖਾ ਜਿਹੜੀ ਸੀ ਉਹ ਸਜਾਈ ਗਈ। ਮਹਾਰਾਜਾ ਸਾਹਿਬ ਉੱਥੇ ਜਿਹੜੀ ਸੀ ਉਹਨਾਂ ਦੀ ਦੇਹੀ ਦਾ ਸੰਸਕਾਰ ਕੀਤਾ ਗਿਆ। ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਹੀ ਹੈ, ਅਤੇ ਸਮਾਧੇ ਦੇ ਨਾਲ ਹੀ ਬਾਬੇ ਜਗਤਾਰ ਸੋਹਣਾ ਨੇ ਆਪਣੇ ਉਹ ਕਮਰੇ ਰਿਹਾਇਸ਼ੀ ਜਿਹੜੇ ਉਹ ਕਿਲ੍ਹੇ ਦੀ ਕੰਧ ਦੇ ਨਾਲ ਹੀ ਬਣਾ ਰਹੇ ਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸ਼ਹੀਦੀ ਸਥਾਨ ਹੈ ਨਾਲ। ਹਾਂਜੀ, ਅਤੇ ਉਹ ਕਿਲ੍ਹੇ ਤੋਂ ਹੀ, ਉਸੇ ਦਰਵਾਜ਼ੇ ਤੋਂ ਹੀ ਜਦੋਂ ਰਾਜਾ ਖੜਕ ਸਿੰਘ ਨੂੰ ਗੱਦੀਓਂ ਲਾਹਿਆ ਗਿਆ, ਇਹ ਬੜੀ ਲੰਮੀ ਦਾਸਤਾਨ ਹੈ, ਹੁਣ ਤੁਸੀਂ ਇੰਟਰਸਟ ਨਾਲ ਤਾਂ ਮੈਨੂੰ ਪਤਾ ਸੁਣਦੇ ਪਏ ਆ, ਪਰ ਇਹਦੇ ਵਿੱਚ ਸਮਾਂ ਬਹੁਤ ਚਾਹੀਦਾ। ਮਹਾਰਾਜਾ ਖੜਕ ਸਿੰਘ ਨੂੰ ਅਤੇ ਮਹਾਰਾਣੀ ਚੰਦ ਕੌਰਾਂ ਉਹਦੀ ਘਰਵਾਲੀ ਅਤੇ ਕੰਵਰ ਨੌ ਨਿਹਾਲ ਪੁੱਤਰ, ਪਿਓ ਨੂੰ ਅਤੇ ਮਾਂ ਪੁੱਤ ਨੂੰ, ਮਤਲਬ ਮਾਂ ਪੁੱਤ ਨੂੰ ਪਿਤਾ ਨਾਲੋਂ ਪਾੜ ਦਿੱਤਾ ਉਹਨੇ। ਨਕਲੀ ਚਿੱਠੀਆਂ ਬਣਾ ਬਣਾ ਕੇ ਮਹਾਰਾਜਾ ਖੜਕ ਸਿੰਘ ਅੰਗਰੇਜ਼ਾਂ ਨਾਲ ਰਲਿਆ ਆਪ। ਮਹਾਰਾਜੇ ਖੜਕ ਸਿੰਘ ਦੇ ਉੱਤੇ ਦੋਸ਼ ਲਾਏ। ਰਾਜੇ ਹੁੰਦੇ ਹਨ ਤੇ ਉਹਨੂੰ ਸੰਭਾਲਣਾ ਚਾਹਿਆ, ਪਰ ਉਹਨੂੰ ਪਤਾ ਸੀ ਵੀ ਜਿੰਨਾ ਚਿਰ ਨੂੰ ਇਹਨੇ ਕੰਟਰੋਲ ਕਰਨਾ ਉਹਨਾਂ ਚਿਰ ਨੂੰ ਮੈਂ ਕੰਟਰੋਲ ਕਰ ਜਾ। ਮਹਾਰਾਜਾ ਖੜਕ ਸਿੰਘ ਦੇ ਨਾਤੀ ਚੇਤਸੋ ਨੇ ਉਹਨੂੰ ਭਰੀ ਸਭਾ 'ਚ ਦਬਕਾ ਮਾਰਤਾ। ਉਹਨੇ ਰਾਤੋਂ ਰਾਤ ਹੀ ਮਹਾਰਾਣੀ ਚੰਦ ਕੌਰਾਂ ਨੂੰ ਨਾਲ ਲੈ ਕੇ ਤੇ ਕਿਹਾ ਵੀ ਇਹਨੂੰ ਤਾਂ ਆਪਾਂ ਫੜਨਾ ਪੈਣਾ, ਰਾਜੇ ਨੂੰ ਕੈਦ ਕਰਨਾ ਪੈਣਾ, ਨਹੀਂ ਤਾਂ ਅੰਗਰੇਜ਼ ਕਬਜ਼ਾ ਕਰ ਲੈਣਗੇ। ਮਹਾਰਾਜੇ ਖੜਕ ਸਿੰਘ ਨੂੰ ਸੋਨੇ ਦੀ ਹੱਥਕੜੀ ਲਾ ਕੇ ਤੇ ਜੇਲ੍ਹ 'ਚ ਸੁੱਟਤਾ। ਚੇਤਸੋ ਨੂੰ ਮਾਰਤਾ ਉੱਥੇ ਕਿਲ੍ਹੇ ਦੇ ਅੰਦਰ ਹੀ। ਹਾਂਜੀ, ਅਤੇ ਫਿਰ ਕੰਵਰ ਨੌ ਨਿਹਾਲ ਜਦੋਂ ਉਹ 2 ਸਾਲ ਅਤੇ ਕੁਝ ਸਮਾਂ ਜਿਹੜਾ ਸੀ ਨਾ ਜੇਲ੍ਹ 'ਚ ਰਿਹਾ ਮਹਾਰਾਜਾ ਖੜਕ ਸਿੰਘ, ਅਤੇ ਉਹਨੂੰ ਖਾਣੇ 'ਚ ਜ਼ਹਿਰ ਪਾ ਕੇ ਦਿੰਦਾ ਰਿਹਾ ਇਹ ਧਿਆਨ ਸੋ ਡੋਗਰਾ, ਅਤੇ ਤਰਸਦਾ ਰਿਹਾ ਮਹਾਰਾਜਾ ਖੜਕ ਸਿੰਘ ਮੇਰੇ ਪੁੱਤਰ ਨੂੰ ਮੇਰੇ ਨਾਲ ਮਿਲਾ ਦੇ, ਨਹੀਂ ਮਿਲਣ ਦਿੱਤਾ ਉਹਨੂੰ। ਆਖਿਰਕਾਰ ਫਿਰ ਚੜ੍ਹਾਈ ਕਰ ਗਿਆ। ਜਦੋਂ ਮਰਿਆ ਉਹਦੀ ਚਿਖਾ ਸਜਾਉਣ ਵਾਸਤੇ ਜਦੋਂ ਬਾਹਰ ਤਿਆਰੀ ਕੀਤੀ, ਉਦਣ ਹੀ ਕੰਵਰ ਨੌ ਨਿਹਾਲ ਦੇ ਸਿਰ 'ਤੇ ਛੱਜਾ ਛੁੱਟਿਆ। ਹਾਂਜੀ, ਬਦਾਮੀ ਦਰਵਾਜ਼ਾ ਸ਼ਾਇਦ ਉਹਨੂੰ ਕਹਿੰਦੇ, ਮੈਨੂੰ ਪੱਕਾ ਨਹੀਂ ਯਾਦ, ਸ਼ਾਇਦ ਹੋਰ ਨਾਂ ਹੋਵੇ, ਹੈ ਇੱਦਾਂ ਦਾ ਹੀ ਨਾਂ ਹੈ, ਅਤੇ ਚੇਤਾ ਵਿਸਰ ਗਿਆ ਉਹ ਦਰਵਾਜ਼ੇ ਦਾ ਨਾਂ। ਉਹਦਾ ਫਿਰ ਕੰਵਰ ਜੀ ਦੇ ਉੱਪਰ ਛੱਜਾ ਛੁੱਟਿਆ ਗਿਆ, ਅਤੇ ਕੰਵਰ ਜੀ ਮਰੇ ਨਹੀਂ। ਕੰਵਰ ਨੌ ਨਿਹਾਲ ਸੀ ਇੱਕ, ਕਹਿੰਦੇ ਅੰਗਰੇਜ਼ੀ ਬੋਲ ਲੈਂਦੇ ਸੀ, ਅੰਗਰੇਜ਼ੀ ਲਿਖ ਲੈਂਦੇ ਸੀ, ਫਾਰਸੀ ਪੂਰੀ ਜਾਣਦੇ ਸੀ, ਲਿਖ ਲੈਂਦੇ, ਪੰਜਾਬੀ ਪੂਰੀ ਜਾਣਦੇ, ਲਿਖਦੇ, ਪੜ੍ਹਦੇ, ਬਹੁਤ ਇੰਟੈਲੀਜੈਂਟ ਸੀ ਕੰਵਰ ਨੌ ਨਿਹਾਲ, ਪਰ ਟਿਕਣ ਹੀ ਨਹੀਂ ਦਿੱਤਾ ਉਹਨੇ ਰਾਜਾ ਕੋਈ। ਫਿਰ ਕਹਿੰਦੇ ਆ ਇੱਥੇ ਸਮਾਪਤੀ ਕਰਦਾ ਕਬਰ ਜੀ ਤੇ ਦੱਸ ਕੇ। ਕੰਵਰ ਨੌ ਨਿਹਾਲ ਉਹਨੇ ਉਹਦੇ ਸਿਪਾਹੀਆਂ ਨੇ, ਡੋਗਰਿਆਂ ਨੇ ਘੇਰਾ ਪਾ ਲਿਆ ਅਤੇ ਵੇਖਿਆ ਕਬਰ ਜੀ ਸਾਹ ਲੈਂਦੇ ਪਏ ਸੀ, ਅਤੇ ਉਹਨਾਂ ਨੂੰ ਪਾਲਕੀ 'ਚ ਪਾ ਕੇ ਅਤੇ ਚੁੱਕ ਕੇ ਅੰਦਰ ਲੈ ਕੇ ਫਟਾਫਟ ਕਿਲ੍ਹੇ ਦੇ, ਅਤੇ ਅੰਦਰੋਂ ਦਰਵਾਜ਼ੇ ਕਰ ਲਏ ਬੰਦ। ਮਹਾਰਾਣੀ ਚੰਦ ਕੌਰਾਂ ਅਤੇ ਕੰਵਰ ਦੀ ਘਰਵਾਲੀ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ, ਹਾਂਜੀ, ਬੀਬੀ ਨਾਨਕੀ, ਬਾਹਰੋਂ ਦਰਵਾਜ਼ਾ ਖੜਕਾਉਂਦੀਆਂ, ਕਰਲਾਉਂਦੀਆਂ, ਚੀਕਾਂ ਮਾਰਦੀਆਂ, ਪਰ ਉਹਨੇ ਨਹੀਂ ਦਰਵਾਜ਼ਾ ਖੋਲ੍ਹਿਆ। ਉਹਨੇ ਕੰਵਰ ਜੀ ਦੇ ਸਿਰ 'ਚ ਪੱਥਰ ਮਾਰ ਕੇ ਫਿਰ ਅੰਦਰ ਮਾਰਿਆ ਉਹਨਾਂ ਨੂੰ। ਹਾਂਜੀ, ਕੰਵਰ ਜੀ ਨੇ ਉੱਥੇ ਕਿਹਾ, ਉਹ ਡਾਕਟਰ ਜਰਮਨ ਦਾ ਡਾਕਟਰ ਸੀ ਜਿਹਨੇ ਇਹ ਗੱਲ ਬਾਹਰ ਕੱਢੀ ਸੀ, ਕਿਉਂਕਿ ਉਹਨੂੰ ਬੁਲਾ ਲਿਆ ਸੀ ਨਾ, ਕੰਵਰ ਜੀ ਦਾ ਆਪਣਾ ਡਾਕਟਰ ਸੀ ਉਹ। ਉਹਦੇ ਸਾਹਮਣੇ ਫਿਰ ਉਹਨੇ ਹੱਥ ਜੋੜ ਕੇ ਆਖਿਆ ਕੰਵਰ ਜੀ ਨੇ ਵੀ ਧਿਆਨ ਤੂੰ ਰਾਜ ਲੈ ਲਾ, ਅਤੇ ਮੇਰੀ ਅਤੇ ਮਾਂ ਨੂੰ ਅਤੇ ਮੈਨੂੰ ਛੱਡ ਦੇ, ਅਸੀਂ ਤੇ ਦੇਸ਼ ਨਿਕਾਲਾ ਦੇ ਦੇ ਭਾਵੇਂ,
ਤੇ ਪਰ ਮਾਰਨਾ। ਕਹਿੰਦਾ ਨਹੀਂ ਕੰਵਰ ਜੀ, ਹੁਣ ਅਗਲੇ ਜਹਾਨ 'ਚ ਜਾ ਕੇ ਤੁਸੀਂ ਤਿਆਰੀ ਕਰੋ ਅਗਲੇ ਜਹਾਨ ਦੀ। ਤੇ ਸਿਰ 'ਚ ਪੱਥਰ ਮਾਰ ਕੇ ਮਾਰਿਆ ਜੀ ਕੰਵਰ ਨਾਮ ਨਿਹਾਲ ਜੀ ਨੇ। ਬੜੀ ਦੁੱਖ ਭਰੀ ਦਾਸਤਾਨ ਹੈ। ਅਸੀਂ ਫਿਰ ਬਾਹਰਲਿਆਂ ਮੁਲਕਾਂ 'ਚ ਆਉਣਾ ਸੀ, ਸਾਡੀ ਧਰਤੀ ਬੰਜਰ ਬਣਨੀ ਸੀ, ਹੈ ਨਾ। ਖਾਲਸਾ ਜੀ ਕਿੰਨਾ ਚਿਰ ਰਾਜ ਕੀਤਾ ਮਹਾਰਾਜਾ ਰਣਜੀਤ? ਮਹਾਰਾਜੇ ਦਾ ਰਾਜ ਤਕਰੀਬਨ 50 ਸਾਲ ਹੋਇਆ। 50 ਸਾਲ ਦਾ ਬੜਾ ਵੱਡਾ। ਕਸ਼ਮੀਰ ਸਾਡੇ ਰਾਜ ਦੇ ਵਿੱਚ ਸੀ, ਮੁਲਤਾਨ ਸਾਡੇ ਰਾਜ ਵਿੱਚ ਸੀ, ਹਾਂਜੀ। ਬੜਾ ਵੱਡਾ ਸੀ ਪੰਜਾਬ। ਅੱਧਾ ਕੁਛ ਅਫਗਾਨਿਸਤਾਨ ਨੇ ਲੈ ਲਿਆ, ਕੁਝ ਚੀਨ ਨੇ ਲੈ ਲਿਆ, ਕੁਝ ਪਾਕਿਸਤਾਨ ਵਿੱਚ ਅੱਧਾ ਚਲ ਗਿਆ। ਅੱਧਿਓਂ ਜ਼ਿਆਦਾ ਪਾਕਿਸਤਾਨ 'ਚ ਹੈ, ਤੇ ਇੱਧਰੋਂ ਕੁਝ ਹਰਿਆਣੇ ਨੂੰ ਦੇ ਦਿੱਤਾ। ਤੇ ਬਸ ਖਾ ਗਏ ਖੁਰਦ-ਬੁਰਦ ਕਰਕੇ। ਜਿਹਦੇ ਘਰ ਦਾ ਮਾਲਕ ਨਹੀਂ, ਉਹਦੀ ਕੰਧ ਜਿਹੜੀ ਮਰਜ਼ੀ ਢਿੱਡ ਢਾਲੇ, ਜਿਹੜਾ ਮਰਜ਼ੀ ਉਹਦੇ ਚੁੱਕ ਕੇ ਲੈ ਜੇ। ਹਾਂ ਵੀ ਸੱਚ ਹੈ ਕਿ ਮਹਾਰਾਜਾ ਦਲੀਪ ਸਿੰਘ ਜੀ ਨੂੰ ਹਨਾ ਉਹਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੇ ਉਹਨਾਂ ਨੂੰ ਬਣਾਇਆ? ਨਹੀਂ ਪਤਾ। ਜੱਸਾ ਸਿੰਘ ਆਹਲੂਵਾਲੀਆ ਤਾਂ ਪਹਿਲਾਂ ਹੋਏ। ਧਿਆਨ ਸਿੰਘ ਡੋਗਰੇ ਦਾ ਅੰਤ ਕਿੱਦਾਂ ਹੈ ਜੀ? ਹੈਂ? ਧਿਆਨ ਸਿੰਘ ਡੋਗਰੇ ਦਾ ਕੀ ਉਹਦਾ ਅੰਤ? ਧਿਆਨ ਸਿੰਘ ਜਿਹੜੇ ਗਿਆਨੀ ਗੁਰਮੁਖ ਸਿੰਘ ਜੀ ਸੀ ਨਾ, ਪਤਾ ਗਿਆਨੀ ਗੁਰਮੁਖ ਸਿੰਘ ਜੀ ਦਾ? ਨਹੀਂ ਪਤਾ। ਗਿਆਨੀ ਸੰਤ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਹੋਏ ਆ, ਸੁਣਿਆ ਨਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹੋਏ। ਉਹਨਾਂ ਦੇ ਵੱਡੇ ਪੁੱਤਰ ਸੀ ਗਿਆਨੀ ਗੁਰਮੁਖ ਸਿੰਘ ਜੀ। ਗਿਆਨੀ ਗੁਰਮੁਖ ਸਿੰਘ ਜੀ ਉਹ ਜਿਨ੍ਹਾਂ ਨੇ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੱਥਰ ਲਾਉਣ ਦੀ ਸੇਵਾ ਕੀਤੀ। ਜਦੋਂ ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਜਾਓ ਨਾ, ਤੇ ਸਰਦਲ ਤੇ ਪਹਿਲੀ ਸਰਦਲ ਤੇ ਜਦੋਂ ਮੱਥਾ ਟੇਕੇ ਨਾ, ਉਹਦੇ ਅੰਦਰ ਬਾਹਰ ਵੇਖਿਓ ਲਿਖਿਆ ਗਿਆਨੀ ਮਾਰਫਤ ਗਿਆਨੀ ਗੁਰਮੁਖ ਸਿੰਘ ਜੀ। ਉਹਨਾਂ ਦੇ ਪੱਥਰ, ਉਹਨਾਂ ਦੀ ਅਜਾਇਬ ਘਰ 'ਚ ਫੋਟੋ ਵੀ ਲੱਗੀ ਹੈ ਗਿਆਨੀ ਗੁਰਮੁਖ ਸਿੰਘ ਜੀ। ਗਿਆਨੀ ਗੁਰਮੁਖ ਸਿੰਘ ਜੀ ਮਹਾਰਾਜੇ ਦੇ ਧਾਰਮਿਕ ਸਲਾਹਕਾਰ ਸੀਗੇ। ਮਹਾਰਾਜੇ ਦੇ ਤਖਤ ਤੋਂ ਇੱਕ ਪਾਸੇ ਉੱਚੇ ਥਾਂ ਤੇ ਗਿਆਨੀ ਗੁਰਮੁਖ ਸਿੰਘ ਜੀ ਬੈਠੇ ਹੁੰਦੇ। ਜਦੋਂ ਕੋਈ ਮਸਲਾ ਆਉਂਦਾ ਸੀ, ਕੋਈ ਨਿਰਣਾ ਹੋਣਾ ਹੁੰਦਾ ਸੀ, ਫਿਰ ਮਹਾਰਾਜਾ ਸਾਹਿਬ ਪੁੱਛਦੇ ਸੀ ਗਿਆਨੀ ਜੀ ਕਿ ਧਰਮ ਇਸ ਮਸਲੇ 'ਚ ਕੀ ਕਹਿੰਦਾ। ਤੇ ਗਿਆਨੀ ਗੁਰਮੁਖ ਸਿੰਘ ਜੀ ਅਗਵਾਈ ਕਰਦੇ ਸੀ ਧਰਮ ਦੇ ਪੱਖ ਤੋਂ ਵੀ ਮਹਾਰਾਜੇ ਨੂੰ ਕੀ ਕਰਨਾ ਚਾਹੀਦਾ। ਮਹਾਰਾਜਾ ਸਾਹਿਬ ਉਹਨਾਂ ਦਾ ਬਹੁਤ ਅਦਬ ਕਰਦੇ ਸੀ। ਗਿਆਨੀ ਸੰਤ ਸਿੰਘ ਜੀ ਦਾ ਬਹੁਤ ਅਦਬ ਕਰਦੇ ਸੀ। ਉਹਨਾਂ ਨੇ ਵੀ, ਗਿਆਨੀ ਸੰਤ ਸਿੰਘ ਜੀ ਨੇ ਵੀ ਇਸ ਮੁੱਖ ਅਹੁਦੇ 'ਤੇ ਸੇਵਾ ਕੀਤੀ। ਪਰ ਜਦੋਂ ਫਿਰ ਉਹ ਟਕਸਾਲ ਦੀ ਸੇਵਾ ਉਹਨਾਂ ਨੇ ਕੀਤੀ, ਤੇ ਫਿਰ ਉਹ ਮਹਾਰਾਜਾ ਉਹਨਾਂ ਦਾ ਬਹੁਤ ਅਦਬ ਕਰਦੇ ਸੀ। ਉਹਨਾਂ ਨੇ ਕਿਹਾ ਵੀ ਮਹਾਰਾਜ ਸਾਨੂੰ ਆਪਣੇ ਪੁੱਤਰ ਹੀ ਦੇ ਦਿਓ। ਫਿਰ ਗਿਆਨੀ ਸੰਤ ਸਿੰਘ ਜੀ ਮਹਾਰਾਜ ਨੇ ਆਪਣਾ ਭਾਈ ਸੰਤੋਖ ਸਿੰਘ ਜੀ ਵੀ ਉਹਨਾਂ ਦੇ ਵਿਦਿਆਰਥੀ ਸੀਗੇ ਗਿਆਨੀ ਸੰਤ ਸਿੰਘ ਜੀ ਮਹਾਰਾਜ ਦੇ। ਤੇ ਉਹਨਾਂ ਦੀ ਬਾਬਤ ਉਹਨਾਂ ਨੇ ਲਿਖਿਆ ਵੀ ਉਹ ਇੱਕ ਸਾਖਸ਼ਾਤ ਪਰਮੇਸ਼ਰ ਸਰੂਪ ਸੀਗੇ। ਇਹੋ ਜਿਹੀ ਉਹਨਾਂ ਦੀ ਕਰਨੀ ਸੀ। ਬੜੀ ਕਮਾਈ ਵਾਲੇ ਸੀ, ਬੜੀ ਕਮਾਈ ਵਾਲੇ ਸੀ। ਤੇ ਗਿਆਨੀ ਗੁਰਮੁਖ ਸਿੰਘ ਜੀ ਜਦੋਂ ਸੰਧਾਵਾਲੀਏ ਜਦੋਂ ਇਹਨਾਂ ਨਾਲ ਫਿਰ ਸਮਝੌਤਾ ਹੋਇਆ ਸੰਧਾਵਾਲੀਆਂ ਦੇ ਨਾਲ ਧਿਆਨ ਸਿੰਘ ਡੋਗਰੇ ਦਾ, ਲੰਮੀ ਹਿਸਟਰੀ ਹੈ ਪਰ ਸ਼ਾਰਟਕੱਟ ਦੱਸਦਾ। ਤੇ ਜਦੋਂ ਸਮਝੌਤਾ ਹੋਇਆ ਨਾ, ਇਹ ਲਹਿਣਾ ਸੋਂ ਤੇ ਇੱਕ ਹੋਰ ਇਹ ਚਾਚੇ ਭਤੀਜੇ ਹੀ ਆਪਣਾ ਮਹਾਰਾਜਾ ਸ਼ੇਰ ਸਿੰਘ। ਜਦੋਂ ਫਿਰ ਕੰਵਰ ਜੀ ਨੂੰ ਮਾਰਤਾ ਤੇ ਬਟਾਲੇ ਮਹਾਰਾਜਾ ਸ਼ੇਰ ਸਿੰਘ ਬਗਾਵਤ ਕਰਕੇ ਬਟਾਲੇ ਰਹਿੰਦਾ ਹੁੰਦਾ ਸੀ। ਮਹਾਰਾਜਾ ਸ਼ੇਰ ਸਿੰਘ ਨੂੰ ਬੁਲਾਇਆ ਵੀ ਤੂੰ ਆ ਜਾ ਰਾਜ ਸਾਂਭ। ਹੁਣ ਮਹਾਰਾਣੀ ਚੰਦ ਕੌਰਾਂ ਦੀਆਂ ਫੌਜਾਂ ਦਾ ਤੇ ਮਹਾਰਾਜੇ ਸ਼ੇਰ ਸਿੰਘ ਦਾ ਮੁਕਾਬਲਾ ਹੋਇਆ ਫਿਰ ਲਾਹੌਰ 'ਚ। ਤੋਪਾਂ ਗੋਲੀਆਂ ਲਾਹੌਰ ਤੋਂ ਖਾਲਸਾ ਫੌਜ ਦੇ ਉੱਤੇ ਚੱਲੀਆਂ, ਤੇ ਖਾਲਸਾ ਫੌਜ ਨੇ ਫਿਰ ਕਿਲੇ 'ਤੇ ਫੌਜਾਂ ਨੇ ਤੋਪਾਂ ਚਲਾਈਆਂ। ਆਖਿਰਕਾਰ 2-4 ਦਿਨ ਦੀ ਜੰਗ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਕਬਜ਼ਾ ਬਹਾਲ ਕਰ ਲਿਆ। ਫਿਰ ਧਿਆਨ ਸਿੰਘ ਡੋਗਰੇ ਨੇ ਸੋਚ ਲਿਆ ਵੀ ਹੁਣ ਰਾਜਾ ਇਹ ਬਣ ਗਿਆ, ਇਹਨੂੰ ਕਿੱਦਾਂ ਹੁਣ ਹਟਾਉਣਾ। ਰਾਜਾ ਬਣਾ ਕੇ ਫਿਰ ਹਟਾਉਂਦਾ ਸੀ, ਮਰਾਉਂਦਾ ਸੀ। ਫਿਰ ਤੇ ਇੱਕ ਨੂੰ ਮਹਾਰਾਜ ਦੇ ਇੱਕ ਵਾਰਸ ਨੂੰ ਮਾਰਿਆ ਉਹਨੇ। ਫਿਰ ਉਹ ਲਹਿਣਾ ਸੋਹਣੀ ਜੇਲ੍ਹ 'ਚ ਸੀਗੇ, ਉਹਨਾਂ ਨੂੰ ਜੇਲ੍ਹ ਤੋਂ ਕੀਤਾ ਛਡਾਇਆ। ਤੇ ਇਹ ਫਿਰ ਇੱਧਰ ਕਾਹਨੂੰਵਾਨ ਦੇ ਛੰਭ ਵੱਲ ਕੁਸ਼ਤੀਆਂ ਕਾਸ਼ਤੀਆਂ ਕਰਾਉਂਦਾ ਫਿਰਦਾ ਸੀ, ਨਾਲੇ ਸ਼ਿਕਾਰ ਖੇਡਦਾ ਫਿਰਦਾ ਸੀ। ਇਹਨਾਂ ਨੇ ਫਿਰ ਆ ਕੇ ਹਰਿਮੰਦਰ ਸਾਹਿਬ ਕੀਤਾ ਸਰੋਵਰ 'ਚ ਇਸ਼ਨਾਨ, ਤੇ ਚਲ ਗਏ ਫਿਰ ਉਹਦੇ ਵੱਲ। ਤੇ ਉਹਨੇ ਆਖਿਆ ਵੀ ਉੱਦਾਂ ਵੀ ਚਾਚਾ ਜੀ ਜੇ ਰਾਜ ਚਾਹੀਦਾ ਤਾਂ ਮੇਰਾ ਸਿਰ ਹਾਜ਼ਰ ਵਾ। ਪਰ ਉਹਨਾਂ ਨੇ ਫਿਰ ਕੀਤਾ ਨਹੀਂ। ਜਿੱਦਾਂ ਫਿਰ ਪਿਛਲਾ ਜੋ ਕੁਛ ਹੋਇਆ ਸੀ ਘਟਨਾਕ੍ਰਮ, ਤੇ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਦਿੱਤੀ ਗੋਲੀ।
ਫਿਰ ਸੰਧਾ ਵਾਲੀਆਂ ਨੂੰ ਪਤਾ ਲੱਗਾ ਵੀ ਗਲਤ ਕਰ ਲਿਆ। ਜਦੋਂ ਧਿਆਨ ਸਿੰਘ ਡੋਗਰਾ ਫਿਰ ਕਾਬਜ਼ ਹੋ ਗਿਆ, ਸੰਧਾ ਵਾਲੀਆਂ ਨੇ ਫਿਰ ਉਸ ਕਿਲੇ ਦੇ ਉੱਤੇ ਡੋਗਰਾ ਫੌਜਾਂ ਜਿਹੜੀਆਂ ਸੀ ਨਾ ਉਹਨਾਂ ਨੂੰ ਹਟਾ ਕੇ ਸੰਧਾ ਵਾਲੀਆਂ ਨੇ ਆਪਣੀਆਂ ਫੌਜਾਂ ਜਿਹੜੀਆਂ ਸੀ ਕਿਲੇ ਦੇ ਉੱਤੇ ਲਾ ਦਿੱਤੀਆਂ। ਤੇ ਧਿਆਨ ਸਿੰਘ ਡੋਗਰਾ ਸੋਚਦਾ ਸੀ ਵੀ ਕਿਲੇ ਦੇ ਉੱਤੇ ਡੋਗਰਾ ਫੌਜਾਂ ਹੀ ਆ। ਉਹ ਜਦੋਂ ਕਿਲੇ ਦੇ ਅੰਦਰ ਪ੍ਰਵੇਸ਼ ਕੀਤੇ, ਫਿਰ ਗਿਆਨੀ ਗੁਰਮੁਖ ਸਿੰਘ ਨੇ ਆਖਿਆ, ਸੰਧਾ ਵਾਲੀਓ ਵੀ ਭਰਾ ਨੂੰ ਮਾਰਨ ਲੱਗਿਆ, ਭਤੀਜੇ ਨੂੰ ਮਾਰਨ ਲੱਗਿਆ, ਤੁਹਾਡੇ ਹੱਥ ਨਹੀਂ ਕੰਬੇ ਤੇ ਦੁਸ਼ਟ ਨੂੰ ਮਾਰਦਿਆਂ ਹੁਣ ਹੱਥ ਕੰਬਦੇ ਆ, ਸੋਧਾ ਲਾ ਦਿਓ ਇਹਨੂੰ। ਗਿਆਨੀ ਗੁਰਮੁਖ ਸਿੰਘ ਨੇ ਪ੍ਰੇਰ ਕੇ ਫਿਰ ਮਰਵਾਇਆ ਸੀ। ਸੰਧਾ ਵਾਲੀਆਂ ਨੇ ਗਿਆਨੀ ਸ਼ੇਰ ਸਿੰਘ ਮਾਰੇ। ਸੰਧਾ ਵਾਲੀਆਂ ਨੇ ਨਹੀਂ ਮਰਵਾਇਆ ਧਿਆਨ ਸਿੰਘ ਡੋਗਰੇ ਨੇ। ਫਿਰ ਧਿਆਨ ਸਿੰਘ ਡੋਗਰੇ ਨੂੰ ਇਹਨਾਂ ਨੇ ਮਾਰਿਆ। ਉਹ ਫਿਰ ਕਹਿੰਦਾ ਵੀ ਸੰਧਾ ਵਾਲੀਆਂ ਨੂੰ ਦਬਕਾ ਮਾਰਨ ਲੱਗਾ, ਕਹਿੰਦਾ ਤੁਸੀਂ ਧਿਆਨ ਨਾਲ ਗੱਲ ਕਰੋ। ਸੰਧਾ ਵਾਲੀਆਂ ਨੇ ਕਿਹਾ, ਧਿਆਨ ਸਿੰਘ ਤੂੰ ਥੋੜ੍ਹਾ ਧਿਆਨ ਨਾਲ ਗੱਲ ਕਰ, ਤੂੰ ਇਹ ਨਾ ਸੋਚੀ ਵੀ ਡੋਗਰਾ ਫੌਜਾਂ ਨੇ, ਸੰਧਾ ਵਾਲੀਆਂ ਦੀਆਂ ਫੌਜਾਂ ਸਾਡੀਆਂ ਲੱਗੀਆਂ, ਹੁਣ ਕਿਲੇ ਦਾ ਕਬਜ਼ਾ ਸਾਡੇ ਕੋਲ ਵਾ। ਨਿਕਲ ਗਈ ਪੈਰਾਂ ਥੱਲੋਂ ਜ਼ਮੀਨ। ਫਿਰ ਤਾਰਾ ਸਿੰਘ ਨੂੰ, ਤੇਰਾ ਸਿੰਘ ਵਾਂ ਜੀ ਹੋਏ ਨਾ ਅਖੀਰਲੇ, ਤਾਰਾ ਸਿੰਘ ਵਾਂ, ਉਹਨਾਂ ਨੂੰ ਇਹਨਾਂ ਜਦੋਂ ਮਰੂਦ ਦੇ ਵਿੱਚ ਮਿੱਟੀ ਘਟਾ ਪਾ ਕੇ ਬਹੁਤ ਜ਼ਿਆਦਾ ਇਹਨਾਂ ਨੇ ਜਗੀਰਾਂ ਬੜੀਆਂ ਸੀ ਇਹਨਾਂ ਕੋਲ। ਅਜੇ ਤੱਕ ਵੀ ਜੰਮੂ ਇਹਨਾਂ ਦੇ ਕਿਲੇ ਹੈਗੇ, ਜਗੀਰਾਂ ਹੈਗੀਆਂ। ਕੁਛ ਬੰਦ ਕਰ ਦਿਓ। ਕੁਛ ਗਲਤੀਆਂ